ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਅੱਜ ਤੁਹਾਨੂੰ ਦਰਸ਼ਨ ਕਰਾਵਾਂਗੇ ਤਖਤ ਸ੍ਰੀ ਪਟਨਾ ਸਾਹਿਬ ਜੀ ਦੇ, ਜੋ ਕਿ ਦਸਮ ਪਿਤਾ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ ਜਨਮ ਸਥਾਨ ਹੈ। ਤੇ ਨਾਲ ਹੀ ਤੁਹਾਨੂੰ ਦਰਸ਼ਨ ਕਰਾਵਾਂਗੇ ਕਈ ਇਤਿਹਾਸਿਕ ਗੁਰਦੁਆਰਿਆਂ ਦੇ, ਜਿਨ੍ਹਾਂ ਨਾਲ ਗੁਰੂ ਸਾਹਿਬਾਨ ਦਾ ਇਤਿਹਾਸ ਜੁੜਿਆ ਹੋਇਆ ਹੈ। ਇਹ ਇਤਿਹਾਸਿਕ ਗੁਰਦੁਆਰੇ ਨੇ ਗੁਰਦੁਆਰਾ ਕੰਗਨ ਘਾਟ ਸਾਹਿਬ, ਗੁਰਦੁਆਰਾ ਗੁਰੂ ਕਾ ਬਾਗ ਸਾਹਿਬ, ਗੁਰਦੁਆਰਾ ਹਾਂਡੀ ਸਾਹਿਬ, ਗੁਰਦੁਆਰਾ ਗਊ ਘਾਟ ਸਾਹਿਬ, ਗੁਰਦੁਆਰਾ ਸੁਨਾਰ ਟੋਲੀ ਸਾਹਿਬ, ਗੁਰਦੁਆਰਾ ਸੀਤਲਕੁੰਡ ਸਾਹਿਬ ਰਾਜਗੀਰ ਤੇ ਗੁਰਦੁਆਰਾ ਬਾਲ ਲੀਲਾ ਸਾਹਿਬ। ਤੇ ਨਾਲ ਹੀ ਤੁਹਾਨੂੰ ਦੱਸਾਂਗੇ ਕਿ ਤੁਸੀਂ ਕਿੱਥੇ ਠਹਿਰ ਸਕਦੇ ਹੋ ਤੇ ਕਿਵੇਂ ਸਾਰੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰ ਸਕਦੇ ਹੋ। ਅਸੀਂ ਇਹ ਸਫ਼ਰ ਦਿੱਲੀ ਤੋਂ ਸ਼ੁਰੂ ਕਰਨ ਜਾ ਰਹੇ ਹਾਂ ਤੇ ਅਸੀਂ ਪਟਨਾ ਸਾਹਿਬ ਬਾਈ ਫਲਾਈਟ ਜਾ ਰਹੇ ਹਾਂ। ਦਿੱਲੀ ਤੋਂ ਪਟਨਾ ਸਾਹਿਬ ਦੀ ਫਲਾਈਟ ਟਿਕਟ ਲਗਭਗ 2200 ਰੁਪਏ ਦੀ ਹੈ, ਔਰ ਅਗਰ ਤੁਸੀਂ ਇਹ ਜਰਨੀ ਟ੍ਰੇਨ ਦੇ ਰਾਹੀਂ ਕਰਨਾ ਚਾਹੁੰਦੇ ਹੋ ਤੇ ਟੀਅਰ 3 AC ਟਿਕਟ ਤਕਰੀਬਨ 1300 ਰੁਪਏ ਦੀ ਤੇ ਟੀਅਰ 2 AC ਟਿਕਟ 1850 ਰੁਪਏ ਦੀ ਹੈ। ਅਸੀਂ ਆਪਣੀ ਰੂਮ ਬੁਕਿੰਗ ਰਾਜਾ ਫਤਿਹ ਸਿੰਘ ਜੀ ਮੈਨੀ ਯਾਤਰੀ ਨਿਵਾਸ ਦੇ ਵਿੱਚ ਕਰਾਈ ਹੈ, ਜੋ ਕਿ ਬਾਲ ਲੀਲਾ ਗੁਰਦੁਆਰਾ ਸਾਹਿਬ ਦੇ ਨਾਲ ਹੀ ਹੈ। ਇਹ ਬਹੁਤ ਹੀ ਅੱਛਾ ਔਰ ਸਾਫ਼ ਸੁਥਰਾ ਕੰਪਲੈਕਸ ਹੈ, ਜਿਹਦੇ ਵਿੱਚ ਕੈਫੇਟੇਰੀਆ ਵੀ ਹੈ ਤੇ ਰੂਮਸ ਬਹੁਤ ਹੀ ਅੱਛੇ ਤੇ ਸਪੇਸ਼ੀਅਸ ਨੇ। ਤੁਸੀਂ ਇਹ ਰੂਮਸ ਆਨਲਾਈਨ ਬੁੱਕ ਕਰਾ ਸਕਦੇ ਹੋ। ਤੇ ਹੁਣ ਅਸੀਂ ਆਪਣੀ ਯਾਤਰਾ ਦੀ ਸ਼ੁਰੂਆਤ ਗੁਰਦੁਆਰਾ ਬਾਲ ਲੀਲਾ ਸਾਹਿਬ ਦੇ ਦਰਸ਼ਨਾਂ ਤੋਂ ਕਰਦੇ ਹਾਂ। ਸਾਧ ਸੰਗਤ ਜੀ, ਰਾਜਾ ਫਤਿਹ ਚੰਦ ਜੀ ਮੈਨੀ ਦੀ ਪਤਨੀ ਵਿਸ਼ਵੰਬਰਾ ਦੇਵੀ ਜੀ ਨੂੰ ਕੋਈ ਸੰਤਾਨ ਨਹੀਂ ਸੀ। ਬਾਲ ਗੋਬਿੰਦ ਰਾਏ ਇੱਥੇ ਬਚਪਨ ਵਿੱਚ ਆਪਣੇ ਸਾਥੀਆਂ ਨਾਲ ਖੇਡਣ ਆਇਆ ਕਰਦੇ ਸਨ। ਉਹਨਾਂ ਨੂੰ ਦੇਖ ਕੇ ਉਹ ਪ੍ਰਭੂ ਅੱਗੇ ਅਰਦਾਸ ਕਰਿਆ ਕਰਦੀ ਸੀ ਕਿ ਮੇਰਾ ਵੀ ਗੋਬਿੰਦ ਰਾਏ ਵਰਗਾ ਇੱਕ ਪੁੱਤਰ ਹੋਵੇ। ਇੱਕ ਦਿਨ ਖੇਡਦੇ ਖੇਡਦੇ ਗੋਬਿੰਦ ਰਾਏ ਜੀ ਉਹਨਾਂ ਦੀ ਗੋਦ ਵਿੱਚ ਆ ਬੈਠੇ ਤੇ ਉਹਨਾਂ ਨੂੰ ਮਾਂ ਕਹਿ ਕੇ ਪੁਕਾਰਿਆ। ਇਹ ਦੇਖ ਕੇ ਉਹ ਬਹੁਤ ਖੁਸ਼ ਹੋਈ ਤੇ ਉਹਨਾਂ ਨੂੰ ਆਪਣਾ ਧਰਮ ਪੁੱਤਰ ਬਣਾ ਲਿਆ ਤੇ ਨਾਲ ਹੀ ਉਹਨਾਂ ਨੂੰ ਚਨੇ ਖਵਾਏ, ਜੋ ਕਿ ਅੱਜ ਵੀ ਪ੍ਰਸ਼ਾਦ ਰੂਪ ਵਿੱਚ ਗੁਰਦੁਆਰੇ ਵਿੱਚ ਵਰਤਾਏ ਜਾਂਦੇ ਹਨ। ਲੋਕਲ ਗੁਰਦੁਆਰਾ ਸਾਹਿਬ ਦੇ ਦਰਸ਼ਨ ਲਈ ਤੁਸੀਂ ਕਾਰ ਬੁੱਕ ਕਰ ਸਕਦੇ ਹੋ। 7 ਸੀਟਰ ਸਕਾਰਪੀਓ ਦਾ ਕਿਰਾਇਆ 1700 ਰੁਪਏ ਹੈ, ਜਾਂ ਤੁਸੀਂ ਬੱਸ ਤੇ ਵੀ ਜਾ ਸਕਦੇ ਹੋ, ਜਿਸ ਦੀ ਕਿ ਟਿਕਟ 150 ਰੁਪਏ ਪਰ ਪਰਸਨ ਹੈ। साध संगत जीओ, ਇਹ ਪਾਵਨ ਪਵਿੱਤਰ ਸਥਾਨ ਗੁਰਦੁਆਰਾ ਸੰਗਤ ਸਮਾਰਟ ਟੋਲੀ ਨਾਂ ਤੋਂ ਜਾਣਿਆ ਜਾਂਦਾ ਹੈ। ਇਹ ਪਹਿਲੀ ਪਾਤਸ਼ਾਹੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਇਸ ਸਥਾਨ ਤੇ ਆਪਣੇ ਚਰਨ ਪਾਏ ਨੇ, ਬਾਲਾ ਜੀ ਤੇ ਮਰਦਾਨਾ ਜੀ ਦੇ ਨਾਲ। ਜਦ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਪੂਰਬ ਦੇਸ਼ ਦੀ ਯਾਤਰਾ ਕਰਦੇ ਸਮੇਂ
ਪਟਨੇ ਸ਼ਹਿਰ ਤੋਂ ਬਾਹਰ ਗੁਰਦੁਆਰਾ ਗਊ ਘਾਟ ਸਾਹਿਬ ਆਪਣੇ ਆਸਣ ਲਾਏ। ਭਗਤ ਜੈਤਾ ਮਲ ਜੀ ਨੂੰ ਦਰਸ਼ਨ ਦਿੱਤੇ। ਪ੍ਰਾਤਨ ਸਮੇਂ ਗਊ ਘਾਟ ਦਾ ਨਾਮ ਸੀ ਬਿਸੰਬਰਪੁਰ। ਮਰਦਾਨਾ ਜੀ ਦੋਨੋਂ ਹੱਥ ਜੋੜ ਕਰਕੇ ਬੇਨਤੀ ਕੀਤੀ, ਸਤਿਗੁਰੂ ਮਹਾਰਾਜ ਸਾਹਿਬ ਜੀ ਸਾਨੂੰ ਕੁਝ ਛਕਣ ਵਾਸਤੇ ਦਿਓ, ਕਿਉਂਕਿ ਬੜੇ ਜ਼ੋਰ ਦੇ ਨਾਲ ਸਾਨੂੰ ਭੁੱਖ ਲੱਗਿਆ ਹੈ। ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਬਚਨ ਸੁਣ ਕਰਕੇ ਆਪਣੇ ਚਰਨ ਕਮਲ ਤੋਂ ਹੇਠਾਂ ਇੱਕ ਛੋਟਾ ਜਿਹਾ ਪੱਥਰ ਚੁੱਕ ਕੇ ਮਰਦਾਨੇ ਦੇ ਹੱਥ ਵਿੱਚ ਫੜਾ ਦਿੱਤੇ ਤੇ ਕਿਹਾ, ਭਾਈ ਨੂੰ ਲੈ ਜਾ ਕੇ ਬਾਜ਼ਾਰ ਵਿੱਚ ਵੇਚ ਆਓ, ਇਹਦੇ ਪੈਸੇ ਦੇ ਆਪ ਰਿਸ਼ਤ ਲਿਆ ਕੇ ਲੰਗਰ ਤਿਆਰ ਕਰੋ, ਨਾਲੇ ਆਪ ਛਕੋ ਨਾਲੇ ਸੰਤਾਂ ਨੂੰ ਵੀ ਛਕਾਓ। ਉਹ ਗੁਰੂ ਜੀ ਦੇ ਚਰਨ ਲੱਗਣ ਦੇ ਨਾਲ ਉਹ ਪੱਥਰ ਅਮੋਲ ਵਸਤੂ ਜਿਹਦਾ ਕੋਈ ਮੁੱਲ ਹੀ ਸੰਸਾਰ ਦੁਨਿਆਵੀ ਵਿੱਚ ਨਹੀਂ ਸੀ, ਉਹ ਲਾਲ ਬਣ ਚੁੱਕਿਆ ਸੀ। ਮਰਦਾਨਾ ਜੀ ਉਹ ਲਾਲ ਲੈ ਕਰਕੇ ਜਦ ਪਟਣੀ ਦੇ ਬਾਜ਼ਾਰ ਵਿੱਚ ਆਏ, ਅਨੇਕਾਂ ਦੁਕਾਨਦਾਰਾਂ ਨੂੰ ਵਿਖਾਇਆ, ਕਿਸੇ ਨੇ ਵੀ ਉਹਦੀ ਪਰਖ ਨਹੀਂ ਕੀਤੀ। ਬਾਜ਼ਾਰਾਂ ਦੀ ਗਲੀਆਂ ਵਿੱਚ ਘੁੰਮਦੇ ਹੋਏ ਜਦ ਇਸ ਇਲਾਕੇ ਦੇ ਵਿੱਚ ਆਏ, ਸਾਰਾ ਇਲਾਕਾ ਸੁਨਿਆਰਾਂ ਦਾ ਟੋਲੀ ਤੇ ਬਾਜ਼ਾਰ ਹੁਣ ਵੀ ਸੁਨਿਆਰ ਇੱਥੇ ਰਹਿੰਦੇ ਹੀ ਨੇ। ਜਿਸ ਸਥਾਨ ਤੇ ਆਪ ਜੀ ਗੁਰੂ ਚਰਨਾਂ ਤੇ ਬਹਿ ਕੇ ਆਨੰਦ ਮਾਣ ਰਹੇ ਹੋ, ਇਹ ਮੁਰਲੀਧਰ ਸੁਨਿਆਰੇ ਦਾ ਘਰ ਤੇ ਦੁਕਾਨ ਹੋਇਆ ਕਰਦਾ ਸੀ। ਮਰਦਾਨਾ ਜੀ ਮੁਰਲੀਧਰ ਦੇ ਦੁਕਾਨ ਤੇ ਆਏ, ਉਹ ਲਾਲ ਵਿਖਾਇਆ, ਕਿਹਾ ਭਾਈ ਨੂੰ ਵੇਚਣਾ ਹੈ। ਮੁਰਲੀਧਰ ਹੱਥ ਵਿੱਚ ਲੈ ਕਰਕੇ ਜਦੋਂ ਵੇਖਿਆ, ਦਰਸ਼ਨ ਕੀਤਾ, ਕਿਹਾ ਭਾਈ ਇਹ ਤਾਂ ਬੜਾ ਅਮੋਲ ਵਸਤੂ ਚੀਜ਼ ਹਨ, ਇਸ ਦਾ ਨਾਮ ਲਾਲ ਹੈ ਤੇ ਸਾਡੇ ਕੋਲ ਇਹਦੀ ਖਰੀਦਣ ਦੀ ਸਮਰੱਥਾ ਤੇ ਤਾਕਤ ਨਹੀਂ ਹੈ। ਮਰਦਾਨਾ ਜੀ ਆਖਣ ਲੱਗੇ, ਭਾਈ ਕੋਈ ਤਾਂ ਹੋਏਗਾ ਇਸ ਸ਼ਹਿਰ ਦੇ ਵਿੱਚ ਨੂੰ ਖਰੀਦਣ ਵਾਲਾ। ਮੁਰਲੀਧਰ ਆਖਣ ਲੱਗੇ, ਹਾਂ, ਉਹਨਾਂ ਦਾ ਨਾਮ ਹੈ ਸਾਲਸਰਾਏ ਜੋਹਰੀ। ਸਾਲਸਰਾਏ ਜੋਹਰੀ ਦੇ ਘਰ ਚੱਲੋ, ਸ਼ਾਇਦ ਇਸ ਦੇ ਮੁੱਲ ਦੇ ਦੇਣਗੇ। ਸਾਲਸਰਾਏ ਜੋਹਰੀ ਜਿੱਥੇ ਕਿ 10ਵੇਂ ਗੁਰੂ ਨਾਨਕ 10ਵੇਂ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਬਾਲਾ ਪ੍ਰੀਤਮ ਗੁਰੂ ਗੋਬਿੰਦ ਰਾਏ ਸਾਹਿਬ ਜੀ ਦਾ ਪ੍ਰਕਾਸ਼ ਸਥਾਨ ਹੈ। ਦਹੀ ਪ੍ਰਕਾਸ਼ ਸਮਾਰੋਹ ਪਟਨਾ ਸ਼ਹਿਰ ਵਿਖੇ ਪਵਲਿਓ। ਇਹ ਸਾਲਸਰਾਏ ਜੋਹਰੀ ਦਾ ਘਰ ਤੇ ਹਵੇਲੀ ਹੋਇਆ ਕਰਦਾ ਸੀ। ਤੇ ਮਰਦਾਨਾ ਜੀ ਸਾਲਸਰਾਏ ਜੋਹਰੀ ਦੇ ਘਰ ਗਏ, ਜਦ ਉਹ ਲਾਲ ਵਿਖਾਇਆ, ਹੱਥ ਵਿੱਚ ਲੈ ਕਰਕੇ ਜਦੋਂ ਦਰਸ਼ਨ ਕੀਤਾ ਤੇ ਨਿਹਾਲ ਹੀ ਨਿਹਾਲ ਹੋ ਗਿਆ। ਆਪਣੇ ਧਰ ਕੇ ਨੌਕਰ ਨੂੰ ਆਵਾਜ਼ ਮਾਰਿਆ, ਕਿਹਾ ਭਾਈ ਖਜ਼ਾਨਿਆਂ ਦੇ ਵਿੱਚੋਂ 101 ਰੁਪਈਆ ਲੈ ਕੇ ਆਓ। ਮਰਦਾਨਾ ਜੀ ਨੂੰ ਆਖਣ ਲੱਗੇ, ਭਾਈ ਆਪ ਜੀ ਨੇ ਤੇ ਬੜੇ ਅਮੋਲ ਵਸਤੂ ਦਾ ਦਰਸ਼ਨ ਕਰਾਇਆ ਹੈ, ਜਿਹਦਾ ਕੋਈ ਮੁੱਲ ਹੀ ਸੰਸਾਰ ਦੁਨਿਆਵੀ ਵਿੱਚ ਨਹੀਂ ਹਨ। ਇਹ ਕੁਦਰਤੀ ਲਾਲ ਹਨ ਤੇ ਆਪ ਜੀ ਨੇ ਸਾਨੂੰ ਦਰਸ਼ਨ ਕਰਾਇਆ ਤੇ 101 ਰੁਪਈਆ ਇਹ ਦਰਸ਼ਨੀ ਭੇਟ ਆਪ ਜੀ ਪ੍ਰਵਾਨ ਕਰੋ, ਤੇ ਸਾਡੇ ਕੋਲ ਵੀ ਇਹਦੀ ਖਰੀਦਣ ਦੀ ਸਮਰੱਥਾ ਤੇ ਤਾਕਤ ਨਹੀਂ ਹੈ। ਇਸ ਦਾ ਮੁੱਲ ਆਪ ਜੀ ਨੂੰ ਨਹੀਂ ਦੇ ਸਕਦਾ ਹਾਂ। ਇਹ ਦੱਸੋ ਕਿ ਲਾਲ ਆਪ ਜੀ ਨੂੰ ਕਿਸ ਨੇ ਦਿੱਤਾ ਹੈ? ਲਾਲ ਦੇ ਮਾਲਕ ਕੌਣ ਨੇ ਜਿਨ੍ਹਾਂ ਮੋਲ ਵਸਤੂ ਰੱਖੇ ਹੋਏ? ਮਰਦਾਨਾ ਜੀ ਆਖਣ ਲੱਗੇ, ਆਪ ਨਿਰੰਕਾਰ ਪੁਰਖ ਪਰਮੇਸ਼ਵਰ ਤਿੰਨਾਂ ਲੋਕਾਂ ਦਾ ਮਾਲਕ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਇਸ ਵਕਤ ਬਿਸੰਬਰਪੁਰ ਗਊ ਘਾਟ ਬੈਠੇ ਭਗਤ ਜੈਤਾ ਮਲ ਜੀ ਦੇ ਡੇਰੇ ਦੇ। ਮਰਦਾਨਾ ਜੀ ਦੇ ਮੁਖੋਂ ਸੁਣ ਕਰਕੇ ਸਾਲਸਰਾਏ ਜੋਹਰੀ ਮਰਦਾਨੇ ਜੀ ਨੂੰ ਆਖਣ ਲੱਗੇ, ਭਾਈ ਇਹ ਲਾਲ ਤੇ ਪੈਸੇ ਦੋਨੋਂ ਗੁਰੂ ਚਰਨਾਂ ਤੇ ਜਾ ਕੇ ਭੇਟਾ ਕਰ ਦਿਓ, ਵਾਪਸ ਮੋੜ ਦਿਓ। ਅਸਾਂ ਆਪ ਜੀ ਦੇ ਮਗਰ ਹੀ ਆ ਰਿਹਾ ਦਰਸ਼ਨ ਕਰਨ ਨੂੰ। ਸਾਲਸਰਾਏ ਜੋਹਰੀ ਆਪਣੇ ਘਰ ਵਿੱਚ ਗਿਆ ਵੇਲੇ ਬੜੇ ਪ੍ਰੇਮ ਤੇ ਸ਼ਰਧਾ ਦੇ ਨਾਲ ਲੰਗਰ ਤਿਆਰ ਕੀਤੇ। ਲੰਗਰ ਲੈ ਕੇ ਗੁਰੂ ਚਰਨਾਂ ਵੱਲ ਤੁਰ ਪਏ। ਇਧਰ ਮੁਰਲੀਧਰ ਵੀ ਗੁਰੂ ਚਰਨਾਂ ਤੇ ਪਹੁੰਚ ਕਰਕੇ ਮੱਥਾ ਟੇਕ ਕੇ ਲੰਗਰ ਛਕਾ ਕਰਕੇ ਪ੍ਰਕਾਰ ਦੇ ਬਚਨ ਹੋਏ। ਪਰ ਸਤਿਗੁਰੂ ਮਹਾਰਾਜ ਸਾਰਿਆਂ ਨੂੰ ਦਿਲ ਦਿੱਤੇ। ਗੁਰੂ ਸਾਹਿਬ ਜੀ ਦੇ ਪੂਰਨ ਭਗਤ ਸਿੱਖ ਬਣ ਗਏ। ਜਦੋਂ ਆਪਣੇ ਘਰ ਨੂੰ ਆਉਣ ਲੱਗੇ ਤਾਂ ਬੇਨਤੀ ਕੀਤੀ, ਸਤਿਗੁਰੂ ਮਹਾਰਾਜ ਸਾਹਿਬ ਜੀ ਸਾਡੇ ਲੋਕਾਂ ਦੇ ਘਰ ਵੀ ਆਪ ਜੀ ਚਰਨ ਪਾਓ।
सतगुरु नानक देव जी महाराज फिर गऊ कार साहब तो चल करके फिर इस स्थान ते आए। ये मुरलीधर सुनियारे दे घर मुरलीधर सुनियारा गुरु जी दे चरण तो करके चरनामृत लाए ते सिख सजे समेत परिवार सेवा तो प्रभावित होकर के सतगुरु नानक देव जी महाराज आकन लगे मुरलीधर इत्थे हुण आप जी सत्संगत करो दोनों वक्त सुबह ते शाम सतनाम वाहिगुरु दा नाम जपाओ आप भी जपो नाले सारे संतां एकत्र करके नाम जपाओ क्योंकि तीर्थ स्थान बन चुका है। आने वाले समय भी इत्थे आके संतां दर्शन मेले कर अरदासां विनती कर सो मनोकामना मनोरथा पूर्ण करके जाए। उस दिन तो फिर मुरलीधर ते सत्संगत दा प्रवाह चलाउंदे रहे सिੱਖੀ ਦਾ प्रचार करते रहे। ये सारा इलाका सुनियारा दा टोली होने करके ਤਾਂ ਇਸ ਗੁਰਦੁਆਰੇ ਦਾ ਨਾਮ ਪ੍ਰਾਪਤ ਸਮੇਂ ਤੋਂ ਹੀ ਸੰਗਤ ਸਮਾਜ ਟੋਲੀ ਨਾਮ ਤੋਂ ਜਾਣਿਆ ਜਾਂਦਾ ਹੈ। ਵਾਹਿਗੁਰੂ ਜੀ ਕੀ ਫਤਿਹ। ਇਹ ਪਵਿੱਤਰ ਸਥਾਨ ਦਾ ਨਾਮ ਗੁਰੂ ਕਾਲਾ ਗਊ ਕਾਟ ਬੜੀ ਸੰਗਤ ਹੈ ਜੀ। ਇਹ ਤਖਤ ਸਾਹਿਬ ਨਾਲੋਂ ਪਹਿਲਾ ਵੱਡਾ ਗੁਰਦੁਆਰਾ ਹੈ। ਇੱਥੇ ਭਗਤ ਜੈਤਾ ਮਾਝੀ ਹੋਇਆ ਕਰਦੇ ਸੀ ਜਿਨ੍ਹਾਂ ਦਾ ਉਮਰ 350 ਸਾਲ ਹੋ ਚੁੱਕੇ ਸਨ। ਜਦੋਂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਸਥਾਨ ਦੇਖਦੇ ਭਗਤ ਜੈਤਾ ਮਾਝੀ ਨੇ ਹੱਥ ਜੋੜ ਕੇ ਬੇਨਤੀ ਕੀਤੀ ਮਹਾਰਾਜ ਕਿਰਪਾ ਕਰੋ ਸਾਨੂੰ ਮੁਕਤੀ ਦੀ ਦਾਤ ਦਿੱਤੀ। गुरु साहब जी कहने लगे भगत जी हले आप जी का संसार ही दुख भोगने और बाकी ने नवे पातशाह गुरु तेग बहादुर जी महाराज वो आप होंगे वही आप जी को मुक्ति करोगे। भगत जी कहने लगे महाराज गुरु तेग बहादुर जी आम चाहे काफी समा है ते साडा एक दुख है तुसी दूर कर दो। गुरु साहब कहने लगे भगत जी की दुख है तुसी दूर कर देंगे। हाँ ते भगत जी कहने लगे महाराज जी गंगा स्नान करने से ना जाके जाल पानी सकते हैं। उम्र काफी हो चुका है गंगा साढ़े कोलों जाया नहीं जाता। गुरु साहब कहने लगे भगत जी गंगा जाने की लोड़ नहीं गंगा खुद चलते आपके आप जी ने इसे स्थान से स्नान करा के जाया करेगी। बाहर पुण्य आप जी दर्शन करोगे। भगत जी उस कुंड विच बह जाते सन गंगा गौड़ विच आके मुखों जल डोल के भगत जी को नित्य स्नान करा के जाया करती थी। ता करके इस स्थान का नाम गुरुद्वारा गऊ घाट है। ਦਰਸ਼ਨ ਕਰੋ ਉਸ ਦਰਖਤ ਦੇ ਜਿਹਦੇ ਨਾਲ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਪਣਾ ਘੋੜਾ ਬੰਨਿਆ ਸੀ ਤੇ ਨਾਲ ਹੀ ਉਸ ਜਗ੍ਹਾ ਦੇ ਜਿੱਥੇ ਭਗਤ ਜੈਤਾ ਮਲ ਜੀ ਨੂੰ ਗੰਗਾ ਜੀ ਗਊ ਰੂਪ ਦੇ ਵਿੱਚ ਇਸ਼ਨਾਨ ਕਰਾ ਕੇ ਜਾਂਦੀ ਸੀ। ਸਾਧ ਸੰਗਤ ਜੀ ਹੁਣ ਦਰਸ਼ਨ ਕਰੋ ਥੰਮ ਸਾਹਿਬ ਦੇ ਗੁਰਦੁਆਰਾ ਸਾਹਿਬ ਦੀ ਇਮਾਰਤ ਦੀ ਪਹਿਲੀ ਚੁਗਾੜ ਤੇ ਮਾਤਾ ਗੁਜਰੀ ਜੀ ਦੀ ਚੱਕੀ ਦੇ ਤੇ ਉਸ ਤਾਕੀ ਦੇ ਜਿਸ ਦੇ ਵਿੱਚੋਂ ਗੁਰੂ ਤੇਗ ਬਹਾਦਰ ਸਾਹਿਬ ਘੋੜੇ ਔਰ ਸੰਗਤ ਸਮੇਤ ਭਗਤ ਜੈਤਾ ਮਲ ਜੀ ਦੇ ਘਰ ਅੰਦਰ ਪ੍ਰਵੇਸ਼ ਕਰ ਗਏ ਸਨ।
ਬਸਤੀ ਘਾਟ ਵਿਖੇ ਪੈਂਦਾ ਹੈ। ਗੁਰਦੁਆਰਾ ਸਾਹਿਬ ਦਾ ਨਾਂ ਹਾਂਡੀ ਸਾਹਿਬ, ਇਹ ਜਗ੍ਹਾ ਦੇ ਨਾਮ ਦਾਨਾਪੁਰ ਹੈ। ਦਸਵੇਂ ਪਾਤਸ਼ਾਹ ਪਟਨਾ ਸਾਹਿਬ ਵਿਖੇ ਅਵਤਾਰ ਧਾਰਨ ਕਰਨ ਤੋਂ ਬਾਅਦ ਪਟਨਾ ਸਾਹਿਬ ਵਿਖੇ 7 ਸਾਲ ਦੀ ਅਵਸਥਾ ਤੱਕ ਰਹੇ। ਬਾਦ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਇਹ ਅਗੰਮੀ ਖੇਡ ਤੋਂ ਪਹਿਲਾਂ ਅਨੰਦਪੁਰ ਸਾਹਿਬ ਆਉਣ ਦੀ ਆਗਿਆ ਹੈ। ਦਸਵੇਂ ਪਾਤਸ਼ਾਹ ਜਦ ਪਟਨਾ ਸਾਹਿਬ ਤੋਂ ਅਨੰਦਪੁਰ ਸਾਹਿਬ ਨੂੰ ਜਾਣ ਵਾਸਤੇ ਤਿਆਰੀਆਂ ਕੀਤੀਆਂ ਤਾਂ ਰਾਜਾ ਫਤਿਹ ਚੰਦ ਮੈਨੇ ਤੱਕ ਪਟਨਾ ਸਾਹਿਬ ਦੇ ਨਾਲ ਗੜੀ ਦੇ ਵਿੱਚ ਬਾਲ ਲੀਲਾ ਸਾਹਿਬ ਗੁਰਦੁਆਰਾ ਹੈ, ਜਿੱਥੇ ਦਸਵੇਂ ਪਾਤਸ਼ਾਹ ਜੀ ਬੱਚਿਆਂ ਨੂੰ ਨਾਲ ਲੈ ਜਾ ਕੇ ਖੇਡਿਆ ਕਰਦੇ ਸਨ। ਉੱਥੇ ਦਾ ਰਾਜਾ ਫਤਿਹ ਚੰਦ ਮੈਨੇ ਕਿਨਾਂ ਦੇ ਘਰੋਂ ਵਿਸ਼ੰਬਰਾ ਦੇ ਤੇ ਪਟਨਾ ਸਾਹਿਬ ਦੇ ਨਾਲ ਹੀ ਗੰਗਾਵਲ ਪਾਸੇ ਨੂੰ ਉੱਥੇ ਕੰਗਨ ਘਾਟ ਗੁਰਦੁਆਰਾ, ਜਿੱਥੇ ਦਸਵੇਂ ਪਾਤਸ਼ਾਹ ਆਪਣਾ ਸੋਨੇ ਦਾ ਕੜਾ ਗੰਗਾ ਦੇ ਵਿੱਚ ਸਿੱਟੇ ਸਨ। ਉੱਥੇ ਇੱਕ ਸਿਵਦਤ ਪੰਡਤ ਹੋਇਆ, ਜਿਨ੍ਹਾਂ ਦਸਵੇਂ ਪਾਤਸ਼ਾਹ ਜੀ ਆਪ 7 ਸਾਲ ਦੀ ਅਵਸਥਾ ਦੇ ਵਿੱਚ ਸਿਵਦਤ ਪੰਡਤ ਨੂੰ ਰਾਮ ਰੂਪ ਹੋ ਕੇ ਦਰਸ਼ਨ ਦਿੱਤੇ ਸਨ, ਕਿਉਂਕਿ ਸਿਵਦਤ ਪੰਡਤ ਆਪ ਰਾਮ ਦਾ ਉਪਾਸਕ ਸੀ। ਜਦ ਪੰਜਾਬ ਨੂੰ ਜਾਣ ਲੱਗੇ ਤਾਂ ਰਾਜਾ ਫਤਿਹ ਚੰਦ ਮੈਨੇ ਕਿਨਾਂ ਦੇ ਘਰੋਂ ਵਿਸ਼ੰਬਰਾ ਦੇ ਤੇ ਸਿਵਦਤ ਪੰਡਤ ਉਹ ਲਾਗਲੇ ਪਿੰਡਾਂ ਦੇ ਸਾਰੇ ਸੰਗਤੀ ਦਸਵੇਂ ਪਾਤਸ਼ਾਹ ਜੀ ਦੇ ਨਾਲ ਟੁਰੇ ਸਤਿਕਾਰ ਵਜੋਂ ਤੇ ਪਟਨਾ ਸਾਹਿਬ ਤੋਂ ਸਾਰੇ ਸੰਗਤੀ ਸਥਾਨ ਜਿੱਥੇ ਬੈਠੇ ਹੋ, ਇੱਥੇ ਤੱਕ ਗੁਰੂ ਸਾਹਿਬ ਨੂੰ ਸਾਰੇ ਸੰਗਤ ਛੱਡਣ ਵਾਸਤੇ ਆਏ ਸਨ। ਇੱਥੇ ਆਉਂਦੇ ਦਸਵੇਂ ਪਾਤਸ਼ਾਹ ਨੂੰ ਸ਼ਾਮ ਪੈ ਗਈ। ਇੱਥੇ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਪ੍ਰੇਮਨ ਮਾਈ ਰਹਿੰਦੀ ਸੀ, ਜਮਨਾ ਦੇਵੀ, ਜਿਨ੍ਹਾਂ ਅਗਰ ਤਾਰਾ ਕੀਤਾ ਰਾਤ ਇੱਥੇ ਪ੍ਰਾਗ ਕੀਤੇ ਰੁਕੇ। ਦਸਵੇਂ ਪਾਤਸ਼ਾਹ ਨੇ ਹੁਕਮ ਕੀਤਾ, ਮਾਤਾ ਇਹ ਸਾਰੇ ਸੰਗਤ ਸਵੇਰ ਦੇ ਚੱਲੇ ਹੋਏ ਭੁੱਖੇ ਧਿਆਨਾਂ ਵਾਸਤੇ ਲੰਗਰ ਤਿਆਰ ਕਰੋ। ਮਾਤਾ ਜਮਨਾ ਦੇਵੀ ਕਹਿੰਦੇ, ਮਹਾਰਾਜ ਮੈਂ ਤੇ ਆਪ ਬਹੁਤ ਗਰੀਬਾਂ ਨਾਲ ਮਿੱਟੀ ਦੇ ਹਾਂਡੀ ਦੇ ਵਿੱਚ ਖਿਚੜੀ ਦਿੱਤੀ ਹੈ, ਜੇ ਹੁਕਮ ਕਰੋ ਤਾਂ ਮਿੱਟੀ ਦੀ ਹਾਂਡੀ ਵਾਲੀ ਖਿਚੜੀ ਆਪ ਜੀ ਪਾਸ ਲਿਆਈਏ ਤਾਂ ਆਪ ਰੱਖਣਾ ਪਾਓ। ਗੁਰੂ ਸਾਹਿਬ ਨੇ ਹੁਕਮ ਕੀਤਾ ਕਿ ਮਿੱਟੀ ਦੀ ਹਾਂਡੀ ਵਾਲੀ ਖਿਚੜੀ ਸਾਡੇ ਕੋਲ ਲਿਆਓ। ਮਾਤਾ ਜਮਨਾ ਦੇਵੀ ਮਿੱਟੀ ਦੀ ਹਾਂਡੀ ਵਾਲੀ ਖਿਚੜੀ ਦਸਵੇਂ ਪਾਤਸ਼ਾਹ ਕੋਲ ਲਿਆਏ। ਦਸਵੇਂ ਪਾਤਸ਼ਾਹ ਨੇ ਮਿੱਟੀ ਦੀ ਹਾਂਡੀ ਉੱਤੇ ਰੁਮਾਲਾ ਪਾ ਕੇ ਅਰਦਾਸਾ ਕੀਤਾ। ਅਰਦਾਸ ਕਰਨ ਤੋਂ ਬਾਅਦ ਇਹ ਹੁਕਮ ਹੋਇਆ ਕਿ ਖਿਚੜੀ ਦਾ ਲੰਗਰ ਹੈ, ਸਾਰੇ ਸੰਗਤ ਨੂੰ ਵਰਤਾਰਾ ਸ਼ੁਰੂ ਕਰ ਦਿਓ। ਸਾਰੇ ਸੰਗਤ ਨੂੰ ਵਰਤਾਰਾ ਸ਼ੁਰੂ ਹੋ ਗਿਆ। ਸਾਰੇ ਸੰਗਤ ਲੰਗਰ ਛਕ ਲੈ। ਛਕਣ ਤੋਂ ਉਪਰੰਤ ਉਹ ਮਿੱਟੀ ਦੀ ਹਾਂਡੀ ਸੀ, ਖਿਚੜੀ ਦੇ ਨਾਲ ਭਰੀ ਦੀ ਭਰੀ ਰਹਿ ਗਈ, ਮੁੱਕੀ ਨਹੀਂ ਸੀ। ਇਸ ਕਰਕੇ ਇਹਦਾ ਨਾਮ ਪੈ ਗਿਆ ਹਾਂਡੀ ਸਾਹਿਬ, ਮਿੱਟੀ ਹਾਂਡੀ ਬਣਾਉਣ ਕਰਕੇ। ਸਵੇਰ ਤੜਕੇ ਅੰਮ੍ਰਿਤ ਵੇਲੇ ਦਸਵੇਂ ਪਾਤਸ਼ਾਹ ਇੱਥੋਂ ਹੀ ਸਾਰੇ ਸੰਗਤਾਂ ਨੂੰ ਵਾਪਸੀ ਕਰ ਦਿੱਤੇ। ਆਪ ਇੱਥੋਂ ਅਨੰਦਪੁਰ ਸਾਹਿਬ ਨੂੰ ਜਾਣ ਲੱਗੇ। ਫਿਰ ਮਾਤਾ ਜਮਨਾ ਦੇ ਅੱਗੇ ਹੋ ਕੇ ਬੇਨਤੀ ਕੀਤੀ, ਗਰੀਬ ਨਿਵਾਜ ਜੋ ਪੰਜਾਬ ਨੂੰ ਚੱਲੇ ਹਾਂ ਤੇ ਸਾਡੇ ਵਾਸਤੇ ਕੋਈ ਨਿਸ਼ਾਨੀ ਬਖਸ਼ ਕਰਿਓ। ਫਿਰ ਦਸੇ ਪਾਰ ਨੰਗੀ ਪੈਰੀ ਪੱਥਰ ਤੇ ਖਲੋਤੇ ਸਨ। ਆਪਣਾ ਜੋ ਵੀ ਚਰਨਾਂ ਦਾ ਨਿਸ਼ਾਨੀ ਮਾਤਾ ਜਮਨਾ ਦੇ ਨੂੰ ਬਖਸ਼ਿਸ਼ ਕਰ ਗਏ। ਆਖਿਆ ਜੋ ਵੀ ਪ੍ਰਾਣੀ ਇੱਥੇ ਆ ਕੇ ਸਰਦਾ ਨੂੰ ਦਰਸ਼ਨ ਕਰਿਆ ਕਰਨਗੇ, ਸਾਡੇ ਪ੍ਰਤੱਖ ਦਰਸ਼ਨਾਂ ਦਾ ਫਲ ਪ੍ਰਾਪਤ ਹੋਇਆ। ਸਾਹਮਣੇ ਸ਼ੀਸ਼ੇ ਵੇਖੋ ਕੰਨ ਦੇ ਨਾਲ ਦਸਵੇਂ ਪਾਤਸ਼ਾਹ ਜੀ ਦਾ ਚਰਨ ਛੋਹ ਦਾ ਨਿਸ਼ਾਨੀ ਬਾਲ ਅਵਸਥਾ ਦੇ ਹੈ। ਬਾਕੀ ਮਿੱਟੀ ਦੇ ਹਾਂਡੀ ਦੇ ਬਾਰੇ ਭਾਈ ਸਾਹਿਬ ਭਾਈ ਵੀਰ ਸਿੰਘ ਲਿਖਦੇ ਹਨ ਕਿ ਹਾਂਡੀ ਮਿੱਟੀ ਵਾਲੜੀ ਉਹ ਮਿੱਟੀ ਹਾਂਡੀ, ਹਾਂਡੀ ਖਿਚੜ ਹਿੰਨਣੀ ਉਹ ਖਿਚੜੀ ਹਾਂਡੀ, ਹਾਂਡੀ ਖਿਚੜ ਦੇਵ ਦੇਵੀ ਸੰਗਤ ਹਾਂਡੀ, ਬਾਲਾ ਪ੍ਰੀਤਮ ਪਿਆਰੜੇ ਉਹ ਡਿੱਠੀ ਹਾਂਡੀ, ਖਿਚੜੀ ਖਾਦੀ ਕੱਢ ਕੇ ਉਸ ਵਿੱਚੋਂ ਹਾਂਡੀ, ਤਨ ਮਾਈ ਪ੍ਰਧਾਨੀ ਨਿਰਿੱਧੀ ਹਾਂਡੀ, ਬਾਲਾ ਪ੍ਰੀਤਮ ਤੁਰ ਗਏ ਕਰ ਰਹਿ ਗਏ ਹਾਂਡੀ, ਖਿਚੜੀ ਨਿਤ ਪਕਾਉਣ ਦੀ ਉਸੇ ਹਾਂਡੀ, ਧਿਆਨ ਦਰ ਦੇਵ ਦੀ ਕੁੜੀ ਅੱਗੇ ਹਾਂਡੀ, ਦੇਖੋ ਸਤਿਗੁਰਾਂ ਖਾ ਰਹੇ ਅਦਲਾਗ ਸਹਾਂਡੀ, ਮਾਈ ਕਾਰਨ ਬਣ ਗਈ ਉਹ ਬੇਰੀ ਹਾਂਡੀ, ਹਾਂਡੀ ਤੋਂ ਸੰਗਤ ਬਣੇ ਹੁਣ ਸੰਗਤ ਹਾਂਡੀ, ਹਾਂਡੀ ਤੋਂ ਸੰਗਤ ਬਣੇ ਹੁਣ ਸੰਗਤ ਹਾਂਡੀ। ਇਹ ਇੱਥੋਂ ਦਾ ਇਤਿਹਾਸ ਤਾਂ ਤੇ ਖਿਚੜੀ ਦਾ ਪ੍ਰਸਾਦ ਕੋਲ ਖਿਚੜੀ ਲੰਗਰ ਚੱਲਦਾ ਦੱਸਾਂ ਕਿਉਂ ਖਿਚੜੀ ਲੰਗਰ ਵੀ ਤਿਆਰ ਹੈ ਤੇ ਲੰਗਰ ਪਾ ਛੱਕ ਕੇ ਜਾਣ ਦੀ ਖਿਚੜੀ ਕਰਨੀ। ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਅਸਾਮ ਦੀ ਯਾਤਰਾ ਤੋਂ ਵਾਪਸ ਆਉਂਦੇ ਵੇਲੇ ਗੁਰੂ ਤੇਗ ਬਹਾਦਰ ਸਾਹਿਬ ਇਸ ਬਾਗ ਵਿੱਚ ਰੁਕੇ ਸੀ। ਉਦੋਂ ਇਹ ਬਾਗ ਉਜਾੜ ਜਿਹਾ ਹੁੰਦਾ ਸੀ, ਪਰ ਉਹਨਾਂ ਦੇ ਚਰਨ ਪੈਂਦੇ ਹੀ ਇਹ ਹਰਿਆ ਭਰਿਆ ਹੋ ਗਿਆ। ਇਸੇ ਸਥਾਨ ਤੇ ਬਾਲ ਗੋਬਿੰਦ ਰਾਏ ਪਹਿਲੀ ਵਾਰ ਆਪਣੇ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਮਿਲੇ ਸੀ। हाथ उबारो हमरे सब करियन श्रृंगारो प्रथम तरु भगवत को ध्याना बहुर करो कवता विदनाना जथा मत चरित्र उचारो चूक होए कबिल हो सुधारो कबियो पाच दोहरा जो निज प्रभु मोह सो कहा सो कहो जग माहे मेरे तब ते को आँख तेरे ननियानियों राम रहीम पुराण पुराणो एक कह मति एक ना मानियो सिमृत सारे को छाड़ कर गयो तुहारो दुआरो सुदाओ कुर्बान किता गुर बैठो जिस दिया ये बड़ियां कह नानक साजिया आरती वारन जा कमला भाती मंगला सोए सो हमारी रक्षा
ਕਰੇ ਕਲਗੀ ਤਰਜਨ ਵਾਹਿਗੁਰੂ ਨਾਮ ਜਹਾਜ ਜੈ ਸੁਤੇ ਜੋ ਸਰਦਾ ਕਰ ਸੇਵ ਦੇ ਗੁਰ ਜੋ ਸਰਦਾ ਕਰ ਸੇਵ ਦੇ ਗੁਰ ਪਾਰ ਉਤਾਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। 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 ਵਾਹਿਗੁਰੂ ਜੀ ਕੀ ਫਤਿਹ। ਇਸ ਸਥਾਨ ਤੇ ਮਹਾਰਾਜ ਗੁਰੂ ਨਾਨਕ ਦੇਵ ਜੀ ਚੱਲ ਪਾਏ ਔਰ ਆਏ 1563 ਵਿਕਰਮੀ ਸੰਵਤ ਤੇ ਪਹਿਲੀ ਉਦਾਸ जब गुरु नानक साहब जी ने पहली जो यात्रा शुरू की सुल्तानपुर लोधी तो ये सारा पूर्वी भाग नानक मता गोरखमता हरिद्वार बनारस ते गया 80 किलोमीटर अगे गया। गुरु नानक देव जी का इतिहासिक स्थान महाराज गुरु ग्रंथ साहब में जिक्र आउंदा गया पिंड भगता पर अभी तक उत्थे महाराज का प्रकाश ही नहीं है, बहुत बुरा हालत में है, बनया ही नहीं कुछ भी। वो तो बाद फिर महाराज जी इत्थे आए, गुरु महाराज आए तो लोगों ने पछाण लिया, आ करके बेनती की ऊपर गर्मी नीचे पानी गर्म प्यासता दूर नहीं होती आपता परमात्मा है दया कर। महाराज तो जानते सी सारा तो दुनिया नू तार नहीं आए
ਸੋਮਾ ਨਜ਼ਦੀਕ ਸੀ, ਸੋਮੇ ਵੱਲ ਇਸ਼ਾਰਾ ਕਰਤਾ। ਸਹਿਜ ਸੁਭਾਵ ਹੀ ਕਹਿ ਦਿੱਤਾ ਵੀ ਸਾਰੇ ਤਾਂ ਗਰਮ ਨੇ, ਇਹ ਤਾਂ ਠੰਡਾ। ਇਹ ਫਿਰ महाराज जी के वचन से एक कुंड ठंडा। ऐस इलाके च गिनो तो अभी भी 22 कुंड है, ਉਹਦੇ ਚ 21 ਗਰਮ, ਇਹ ਇੱਕ ਕੁੰਡ ਠੰਡਾ। ਗੁਰੂ ਨਾਨਕ ਸੀਤਲ ਗਰਮ ਜਲ को ठंडा करता। ਬਾਣੀ ਵੀ ਉਚਾਰਨ ਕੀਤੀ। ਸ਼੍ਰੀ ਰਾਗ ਮਹੱਲਾ ਪਹਿਲਾ ਘਰ ਦੂਜਾ। ਧਨ ਜੋਬਨ ਅਰ ਫੂਲੜਾ, ਨਾਥੀ ਰੇ ਦਿਨ ਚਾਰ, ਪਵਨ ਕੇਰੇ ਪਤ ਦਿਓ ਹਲ ਕੰਨਾ। ਬਾਣੀ ਵੀ ਉਚਾਰਨ ਕੀਤਾ, ਜਲ ਠੰਡਾ ਵੀ ਕਰਤਾ। ਇਸ ਕਰਕੇ ਇਹਨੂੰ ਕਹਿੰਦੇ ਗੁਰੂ ਨਾਨਕ। ਸ਼ੀਤਲਕੁੰਡ ਸਾਹਿਬ ਦੇ ਦਰਸ਼ਨ ਕਰਨ ਤੋਂ ਬਾਅਦ ਹੁਣ ਅਸੀਂ ਰੋਪਵੇ ਦੇ ਰਾਹੀਂ ਇੱਕ ਬੁੱਧਿਸਟ ਟੈਂਪਲ ਨੂੰ ਵੇਖਣ ਜਾ ਰਹੇ ਹਾਂ, ਜੋ ਕਿ ਕੋਲ ਹੀ ਹੈ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇਸ ਪਾਵਨ ਸਥਾਨ ਤੇ ਅਵਤਾਰ ਧਾਰਿਆ। ਅਵਤਾਰ ਧਾਰਨ ਤੋਂ ਬਾਅਦ ਸਤਿਗੁਰੂ ਜੀ ਮਹਾਰਾਜ ਜੀ ਜਦੋਂ ਪੰਜਾਬ ਨੂੰ ਜਾਣ ਲੱਗੇ, ਨਗਰ ਨਿਵਾਸੀ ਸੰਗਤਾਂ ਨੂੰ ਪਤਾ ਲੱਗਿਆ। ਬੇਨਤੀ ਕੀਤੀ, ਸਤਿਗੁਰੂ ਜੀ ਮਹਾਰਾਜ ਜੀ ਆਪ ਜੀ ਪੰਜਾਬ ਨੂੰ ਜਾ ਰਹੇ ਹੋ, ਸਾਡਾ ਨਿਯਮ ਬਣ ਚੁੱਕਿਆ ਹੈ। ਆਪ ਜੀ ਦਾ ਦਰਸ਼ਨ ਕਰਕੇ ਹੀ ਅਸੀਂ ਅੰਨ ਜਲ ਛਕਦੇ ਹਾਂ। ਕਿਰਪਾ ਕਰੋ, ਸਾਨੂੰ ਇੱਥੇ ਹੀ ਸਦਾ ਲਈ ਦਰਸ਼ਨ ਦੀਦਾਰ ਬਖਸ਼ੋ। ਸਤਿਗੁਰੂ ਜੀ ਮਹਾਰਾਜ ਜੀ ਸੰਗਤਾਂ ਨੂੰ ਧੀਰਜ ਦਿੰਦਿਆਂ ਹੋਇਆਂ ਫਰਮਾਇਆ, ਕੇਸੀ ਬਾਲ ਅਵਸਥਾਏ ਘੁੰਗਰਾ ਸਾਹਿਬ ਤੇ ਵਿਰਾਜਮਾਨ ਹੋ ਰਿਹਾ ਹਾਂ ਅਤੇ ਆਪਣੇ ਸਾਰੇ ਕਾਤਰੇ ਦਾ ਸ਼ਸਤਰ ਛੱਡ ਕੇ ਜਾ ਰਿਹਾ ਹਾਂ। ਜੋ ਸਰਦਾ ਭਾਵਨਾ ਦੇ ਨਾਲ ਸਾਡੇ ਸ਼ਸਤਰਾਂ ਦੇ ਦਰਸ਼ਨ ਕਰੇਗਾ, ਉਹਨਾਂ ਨੂੰ ਸਾਡੇ ਦਰਸ਼ਨਾਂ ਦੇ ਪ੍ਰਤੱਖ ਫਲ ਪ੍ਰਾਪਤ ਹੋਵੇਗਾ। ਆਖੋ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ। ਫਿਰ ਆਖੋ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ। ਇਹ ਹਨ ਬਾਲ ਅਵਸਥਾ ਦੇ ਸ਼ਸਤਰ। ਆਓ ਆਪਾਂ ਦਰਸ਼ਨ ਕਰੀਏ।
बोले सतगुर की गादरे धारण करया करदे सन। दो चक्कर दुमाले उते दस्तार उते सजाया करदे सन। चक्री दुमाले दे हेठा केसा दे जूरे विच सजाया करदे सन। खंडा दुमाले उते दस्तार उते सामने सजाया करदे सन। चंदन दा कंगा इहदे नाल सतगुर जी के साफ करया करदे सन। खंजर एदा दूजा नाम बाग नखी है। सतगुर जी कमर कसे विच सजाया करदे सन। कटार सतगुर जी दा कमर कसे दा शस्त्र है। मिट्टी दा गुलेला इहदे नाल सतगुर जी बाल अवस्था विच चोज करया करदे सन। सामने माता जी दा खूह है। नगर निवासी बीबियां उस खूह तो जल भर के अपने घरां नूं वापस जांदियां। सतगुर जी महाराज जी गुलेले मार के उन्हां दे घरे तोड़ दिंदे हन। बीबियां ने माता जी को जाके बेनती की, माता जी असी गरीब परिवार हां, लाल जी साडे गुलेले मार के घड़ा तोड़ दिंदे हन। माता जी कहन लगे, तुसी लोहे तांबे पीतल दे घड़ा लियाओ, मिट्टी दे गुलेलियां दे नाल नहीं टूटणगे। बीबियां लोहे तांबे पीतल दे घड़ा लियाउण लगियां। सतगुर जी महाराज जी लोहे दे 4 तीर तैयार कर ले। कुछ समय बीतन दे बाद एक बीबी जल भर के जा रही सी। सतगुर जी ने मारिया तीर, घड़ा टूट गया। बीबी बह के रोन लगी। हवेली विच माता जी बाहर निकले, वेखिया लाल जी वो रोंदी है, तुसी हस रहे हो। हाँ माता जी, असी कोई हासा मखौल नहीं कीता, असी तो भला ही कीता है। ਇਹਦੇ ਘਰ ਵਿੱਚ ਜ਼ਹਿਰੀਲਾ ਸੱਪ ਸੀ, ਅਸੀਂ ਸੱਪ ਨੂੰ ਮਾਰਿਆ ਹੈ। ਮਾਤਾ ਜੀ ਸੰਤਾਂ ਦੇ ਨਾਲ ਕੋਲ ਜਾ ਕੇ ਵੇਖਿਆ, ਵਾਕਈ ਤੀਰ ਦੇ ਰੁਖੀ ਨਾਲ ਸੱਪ ਰਿੰਨਿਆ ਹੋਇਆ ਮਰਿਆ ਹੋਇਆ ਹੈ। ਸਾਰੇ ਸੰਤਾਂ ਦੀਆਂ ਸਿਰ ਸਰਧਾ ਦੇ ਨਾਲ ਝੁਕ ਗਏ। माता जी ने बचन कीता, होवे ना खूह दा जल ही खारा हो जाए। माता जी दे मुखों बचन निकलन दी देर सी, खूह दा जल खारा हो गया। नगर निवासी संतां ने बेनती की थी, माता जी इसी जल दे नाल साडे काम काज सरदे सन, कृपा करो बचन कर दो, खूह दा जल मिठा हो जाए। माता जी ने कहा कि जो बचन होना सी हो गया। हाँ तुसा बेनती की है, असी बचन करते हाँ कि दूरो नेरो संता इस पावन स्थान दे दर्शन दीदार करन वास्ते आउणगियां, खूह दा जल मिठा हो जाएगा।
ਮਾਤਾ ਜੀ ਦੇ ਬਚਨ 47 ਤੋਂ ਬਾਅਦ ਪੂਰੇ ਹੋਏ। ਹੁਣ ਖੂਹ ਦਾ ਜਲ ਮਿੱਠਾ ਹੈ, ਸੰਤਾਂ ਅੰਮ੍ਰਿਤ ਰੂਪ ਜਾਣ ਕੇ ਚੂਲੇ ਲੈਂਦੇ ਹਨ। ਇਹ ਹੈ ਆਲੇ ਦੁਆਲੇ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਦੇ ਘਰਾਂ। ਵਿਚਕਾਰ ਛੋਟੀਆਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਘਰਾਂ ਹਨ। ਆਓ ਆਪਾਂ ਦਰਸ਼ਨ ਕਰੀਏ। ਬੋਲੇ ਸੋ ਇਹ ਹਨ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਦੇ ਚਰਨ ਕਮਲ ਦੇ ਘਰਾਂ, ਚੰਦਨ ਦੀਆਂ ਬਣੀਆਂ। ਬੋਲੇ ਸੋ ਇਹ ਹਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਚਰਨ ਕਮਲ ਦੇ ਘਰਾਂ, ਹਾਥੀ ਦੰਦੀਆਂ ਬਣੀਆਂ ਹੋਈਆਂ ਹਨ। ਇਹ ਹੈ ਭਗਤ ਕਬੀਰ ਜੀ ਦੀ ਖੱਟੀ। ਇਹਦੇ ਨਾਲ ਭਗਤ ਕਬੀਰ ਜੀ ਕਪੜਾ ਬੁਣਿਆ ਕਰਦੇ ਸਨ। ਕਾਸ਼ੀ ਵਿੱਚ ਇੱਕ ਮਾਤਾ ਜੀ ਕੋਲ ਸੀ, ਉਹਨਾਂ ਨੇ ਤਖਤ ਸਾਹਿਬ ਤੇ ਭੇਟ ਕਰ ਦਿੱਤੀ। ਕਬੀਰ ਜੀ ਦੀ ਯਾਦਗਾਰ ਬਣੀ ਰਹੇ। ਅੰਦਰੀ ਪਰਿਕਰਮਾ ਕਰੋਗੇ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ 15 ਸਾਲ ਅਵਸਥਾ ਚੋਲਾ ਸਾਹਿਬ ਹੈ, ਸੀਸੇ ਵਿੱਚ ਜੜਿਆ ਹੋਇਆ ਹੈ। ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਤੋਂ ਇਲਾਵਾ ਹੋਰ ਵੀ ਗੁਰਦੁਆਰੇ ਹਨ। ਪਹਿਲਾ ਗੁਰਦੁਆਰਾ ਹੈ ਗਊ ਘਾਟ, ਦੂਜਾ ਗੁਰਦੁਆਰਾ ਹੈ ਕੰਗਨ ਘਾਟ, ਤੀਜਾ ਗੁਰਦੁਆਰਾ ਹੈ ਬਾਲ ਲੀਲਾ, ਚੌਥਾ ਗੁਰਦੁਆਰਾ ਹੈ ਗੁਰੂ ਕਾ ਬਾਗ, ਪੰਜਵਾਂ ਗੁਰਦੁਆਰਾ ਹੈ ਹਾਂਡੀ ਸਾਹਿਬ ਦਾਨਾਪੁਰ, ਛੇਵਾਂ ਗੁਰਦੁਆਰਾ ਹੈ ਸੋਨਾ ਟੋਲੀ, ਸਤਵਾਂ ਗੁਰਦੁਆਰਾ ਹੈ ਸੀਤਲ ਕੁੰਡ ਰਾਜਗੀਰ। ਇਹ ਹਨ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਦੇ ਹੁਕਮਨਾਮੇ ਅਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਹੁਕਮਨਾਮੇ ਹਨ। ਇਹ ਹਨ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਦੇ ਹੁਕਮਨਾਮੇ। ਇਹ ਹਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਹੁਕਮਨਾਮੇ। ਇਸੇ ਤਰ੍ਹਾਂ ਹੋਰ ਵੀ ਹੁਕਮਨਾਮੇ ਹਨ। ਹੁਣ ਪ੍ਰਸਾਦ ਦੀ ਦੇਗ ਵਰਤ ਰਹੀ ਹੈ। ਬਿਲਾਵਲ ਦੀ ਚੌਕੀ ਹੋਈਆਂ ਭੁੱਲਾਂ ਗਲਤੀਆਂ ਦੀ ਖਿਮਾ। ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। साध संगत जी फतेह बुलाइए। वाहिगुरु जी का खालसा, वाहिगुरु जी की फतेह। ये गुरुद्वारा पुरातन कंगन घाट है। साध संगत जी साहेब श्री गुरु गोबिंद सिंह दा प्रकाश संवत 1723 22 दिसंबर 1666 ईस्वी ਨੂੰ ਪਟਨੇ ਸ਼ਹਿਰ ਵਿੱਚ ਹੋਇਆ। ਜਨਮ ਤੋਂ 7 ਸਾਲ ਤੱਕ ਇੱਥੇ ਰਹੇ ਪਟਨੇ ਵਿੱਚ। ਤਦੋਂ ਇੱਥੇ ਆ ਕੇ ਬਾਲਕਾਂ ਨੂੰ ਨਾਲ ਲੈ ਕੇ ਖੇਡਾਂ ਖੇਡਦੇ, ਜਿਨ੍ਹਾਂ ਵਿੱਚ ਬੇੜੀ ਸ਼ਹਿਰ, ਸ਼ਸਤਰ ਵਿਦਿਆ ਦਾ ਅਭਿਆਸ, ਅਮੀਰੀ ਖੇਡਾਂ ਹਨ। ਖੇਡਾਂ ਖੇਡਦਿਆਂ ਇੱਕ ਦਿਨ ਸੋਨੇ ਦਾ ਕੜਾ ਗੰਗਾ 'ਚ ਡਿੱਗ ਪਿਆ।
ਆਪ ਜੀ ਨੇ ਮਾਤਾ ਜੀ ਨੂੰ ਆ ਦੱਸਿਆ, ਮਾਤਾ ਜੀ ਇੱਥੇ ਘਾਟ ਤੇ ਖਲੋ ਕੇ ਪੁੱਛਿਆ, ਲਾਲ ਜੀ ਕੜਾ ਕਿੱਥੇ ਕੋ ਡਿਗਾਇਆ ਤਾਕੀ ਕਢਾ ਲਈ। ਬਾਲਾ ਪ੍ਰੀਤਮ ਜੀ ਨੇ ਦੂਸਰਾ ਕੜਾ ਲਾ ਕੇ ਪਗਾਵਾ ਤੇ ਤੋਤਲੀ ਰਸਨ ਆਖਿਆ, ਮਾਤਾ ਜੀ ਇੱਥੇ ਕੋ ਡਿਗਾਇਆ। ਮਾਤਾ ਜੀ ਨੇ ਸਿੰਘਾਂ ਨੂੰ ਕੜਾ ਕੱਢਣ ਲਈ ਕਹਿਆ। ਜਦੋਂ ਸਿੰਘ ਗੰਗਾ ਵਿੱਚ ਵੜੇ ਤਾਂ ਜਿੱਧਰ ਵੇਖਣ खड़े ही खड़े नजर आने लगे। इस गल देख के सारी संगत हैरत में हुए, विस्मित हुए। साध संगत जी ऐसे ही स्थान थे शिवदत्त पंडित, शिवदत्त जो रामदास पुजारी थी, ये फोटो भी थे साध संगत साधु बाबा शिवदत्त पंडित ने। ये शिवदत्त पंडित साध संगत जी थे कंगन घाट आज ये शिवदत्त पंडित थे कंगन घाट 60 साल तो तपस्या कर रही थी श्री रामदास। ये रामदास उपासक थी, राम जी का दर्शन करना चाहता सी, इस करके 10वें पातशाह इन्हों राम रूप विच होकर दर्शन दिते सन ये स्थान पर। उस वेले महाराज जी वर पहुंच सकते साध संगत जी दो कौतुक किए थे कंगन घाट। दो कंगन छुटिया हजारों हजार कंगन संगतां ने दर्शन कराए। दूसरा शिवदत्त पंडित ने राम रूप के दर्शन। एक अकाल पुरख वाहिगुरु जी सेवा सिमरन का उपदेश दिता इन्होंने शिवदत्त पंडित। फिर ये महाराज का शिष्य बन गया। साध संगत जी जदों जान लगे महाराज 7 साल तो बाद पटने तो अनंतपुर साहिब पंजाब पटने वासी प्रेमी 18 बंदे नाल गए सन। ये शिवदत्त पंडित भी नाल ही गया साध संगत जी दोबारा मुड़ के महाराज पटने नहीं आए और ये शिवदत्त पंडित मोते ही रह गया से अनंतपुर से। ये जड़ी गुजारा छोटी सी है, जगह की कमी करके बड़ा गुजारा नहीं बना क्योंकि उस वेले गंगा है तो नाल होती। ये थले सारी गंगा इतने से जी ये अपना गुजारा गंगा के कोर से बनया है। महाराजा रणजीत सिंह का 350 साल पुराना इमारत ये पत्थर की मजबूत है, मरमता नाल चल रहा है। 20-25 फीट थले तो बने 2 कमरे बने ने कपड़े चेंजिंग वास्ते। असली कंगन घाट इतों सी साध संगत जी। ये ताकि जो थले बरांडा है, बरांडा के नाल इत्थे से लेके आगे तक 13 पौड़ियाँ ने क्रम बाई क्रम पत्थर दी। उन पौड़ी थले हो गई है, उन्होंने पौड़ियाँ नाल खड़ो के मारा कंगन छुड़िया सी इस पास। उस वेले गंगा इतों सी और गंगा पीछे चली गई। रास्ता जाना है, लोग दर्शन करते हैं। 2 मिनट का रास्ता है, उत्थे पटने का सीनियर कंगन घाट बनया। गंगा जी पौड़ी के नाल हाजिर नाजिर, लेकिन साध संगत जी साल विच एक बारी पुरानी घाट से इतने आके लग हर साल आती है 10 दिन वास्ते इतने गंगा जी। हाँ जी ये सारे तुम जानते हैं स्नान पानी सारे इतने 10 दिन वास्ते होंगे। चरण छू के जाती हर साल आती है। देखो उन्ना दूर है उन जगह काफ़ी हो गया। साध संगत जी अपना नीतीश कुमार मुख्यमंत्री बिहार उन्होंने गुजारे वास्ते इतने से लेके सारी जमीन 4.5 एकड़ अलाउ करा दी थे। गुजारे की लिखा पढ़ी रजिस्ट्री हो गई है। बाबा हरवंश सिंह दिल्ली कार सेवा चला के नाल बड़ा गुजारा तैयार किए उत्थे भी महाराज का प्रकाश हो गया। साध संगत जी 2 साल हुए तो गड्ढा सी माटी पा के बनया। लेकिन जिथे आदमी सजे हो ये बाला प्रीतम का 350 साल पुराना ऐतिहासिक गुजारा है जिथे महाराज खेड़ते सन। शिवदत्त पंडित को राम जी के दर्शन दिते थे। लखा संत महात्मा इंग्लैंड अमेरिका के महापुरुष थे माथा टेक चुके। ये परम पवित्र थां इतने दारदार सफल होता है। सच्चे पिता बाला प्रीतम आप जी की यात्रा सफल करें। एंड सहायता परिवार की सुख शांति हर खुशियाँ बख्शें। वाहिगुरु जी का खालसा वाहिगुरु जी की
ਸਾਧ ਸੰਗਤ ਜੀ, ਬਾਲ ਲੀਲਾ ਗੁਰਦੁਆਰਾ ਸਾਹਿਬ ਦੇ ਲੰਗਰ ਹਾਲ ਦੇ ਵਿੱਚ ਲੰਗਰ ਦੀ ਸੇਵਾ 24 ਘੰਟੇ ਚੱਲਦੀ ਹੈ ਤੇ ਇਹ ਸੇਵਾ ਪੂਰੀ ਵਾਲੇ ਮਹਾਂਪੁਰਸ਼ਾਂ ਦੀ ਤਰਫੋਂ ਚਲਾਈ ਜਾਂਦੀ ਹੈ। ਤੁਸੀਂ ਵੀ ਇਸ ਸੇਵਾ ਦੇ ਵਿੱਚ ਆਪਣਾ ਹਿੱਸਾ ਪਾ ਸਕਦੇ ਹੋ ਤੇ ਉਮੀਦ ਕਰਦਾ ਹਾਂ ਇਹ ਵੀਡੀਓ ਤੁਹਾਨੂੰ ਪਸੰਦ ਆਈ ਹੋਵੇਗੀ। ਜੇ ਪਸੰਦ ਆਈ ਹੋਏ ਤੇ ਇਸ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ।